ਪ੍ਰਾਈਮ ਏਸ਼ੀਆ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ ਇੱਕ ਵਾਰ ਫਿਰ ਤੋਂ ਆਪ ਸਭ ਦਾ ਸਵਾਗਤ ਹੈ। ਮੈਂ ਹਾਂ ਨਵਜੀਤ। ਦੇਸ਼ ਦੁਨੀਆ ਦੀਆਂ ਕੁਝ ਅਹਿਮ ਖਬਰਾਂ ਨੇ ਜਿਨ੍ਹਾਂ ਨੇ ਅੱਜ ਆਪਣੇ ਵੱਲ ਧਿਆਨ ਕੇਂਦਰਿਤ ਕੀਤਾ ਹੈ, ਉਹਨਾਂ ਤੇ ਚਰਚਾ ਕਰਾਂਗੇ। ਦਿੱਲੀ ਵਿੱਚ ਇੱਕ ਵਾਰ ਫਿਰ ਰਾਜ ਸਭਾ ਵਿੱਚ NCT ਬਿੱਲ ਪਾਸ ਹੋ ਚੁੱਕਿਆ ਹੈ ਤੇ ਇਸ ਤੋਂ ਬਾਅਦ ਕੀ ਪ੍ਰਭਾਵ ਪੈ ਸਕਦਾ ਦਿੱਲੀ ਸਰਕਾਰ ਤੇ, ਇਹਦੇ ਨਾਲ ਵੀ ਪੰਨੂ ਸਾਹਿਬ ਨਾਲ ਡਿਸਕਸ ਆਪਾਂ ਕਰਾਂਗੇ। ਇਸ ਤੋਂ ਬਾਅਦ ਕਿਸਾਨਾਂ ਨੇ ਵੀ ਇਹ ਸਾਫ਼ ਐਲਾਨ ਕਰ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਾਜਨੀਤੀ ਨਹੀਂ ਕੀਤੀ ਜਾਵੇਗੀ। ਇਹਨਾਂ ਸਾਰੀਆਂ ਖਬਰਾਂ ਤੇ ਚਰਚਾ ਕਰਦੇ ਹਾਂ। ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ। ਸਭ ਤੋਂ ਪਹਿਲਾਂ ਸਵਾਗਤ ਪੰਨੂ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਜੀ ਸ਼ੁਕਰੀਆ। ਪੰਨੂ ਸਾਹਿਬ, ਲੋਕ ਸਭਾ ਵਿੱਚ ਤਾਂ ਬਿੱਲ ਪਾਸ ਹੋਇਆ ਸੀ, ਹੁਣ ਰਾਜ ਸਭਾ ਵਿੱਚ ਵੀ ਹੋ ਗਿਆ। ਕੀ ਪ੍ਰਭਾਵ ਪੈ ਸਕਦਾ ਦਿੱਲੀ ਸਰਕਾਰ ਦੇ ਉੱਪਰ? ਉਪ ਰਾਜਪਾਲ ਦੀਆਂ ਹੁਣ ਸ਼ਕਤੀਆਂ ਵੀ ਵੱਧ ਸਕਦੀਆਂ ਨੇ ਤੇ ਕਿਹਾ ਜਾ ਸਕਦਾ ਕਿ ਜ਼ਿਆਦਾਤਰ ਕੇਂਦਰ ਸਰਕਾਰ ਕੋਲ ਸਾਰਾ ਕੁਝ ਜਾ ਰਿਹਾ ਹੈ। ਜਿਹੜੀ ਕੇਂਦਰ ਸਰਕਾਰ ਆ ਉਹਨੇ ਆਪਣੀ ਇੱਕ ਜ਼ਿੱਦ ਪੁਗਾਈ ਆ ਜੀ। ਕੱਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਬਿਆਨ ਦਿੱਤਾ ਸੀ। ਬਿਆਨ ਉਹ ਕਿਸਾਨਾਂ ਦੇ ਮਾਮਲੇ ਸੀ, ਪਰ ਉਹ ਦਿੱਲੀ ਤੇ ਵੀ ਲਾਗੂ ਹੁੰਦਾ ਜੀ। ਉਹਨੇ ਕਿਹਾ ਕਿ ਜਿਹੜੀ ਕੇਂਦਰ ਸਰਕਾਰ ਹੈ ਉਹ ਜਿਸ ਤਰ੍ਹਾਂ ਦਾ ਵਿਹਾਰ ਕਰਦੀ ਉਹ ਲੋਕਤੰਤਰੀ ਵਿਹਾਰ ਨਹੀਂਗਾ। ਇਹ ਮਤ ਸਮਝਣ ਕਿ ਭਾਰਤ ਜਿਹੜਾ ਉਹ ਹਿਟਲਰ ਦਾ ਜਰਮਨੀ ਹੈ ਜਾਂ ਮਾਓ ਜੇ ਤੁੰਗ ਦਾ ਚੀਨ ਹੈ, ਜਿੱਥੇ ਜੋ ਇਹ ਕਰਨਗੇ ਇਹਨਾਂ ਦੀ ਮਰਜ਼ੀ ਚੱਲੇਗੀ। ਇੱਥੇ ਲੋਕਤੰਤਰ ਹੈ, ਲੋਕਤੰਤਰ 'ਚ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਪੈਣੀਆਂ ਤੇ ਲੋਕਾਂ ਦੀ ਰਾਏ ਦੀ ਕਦਰ ਕਰਨੀ ਪੈਣੀ। ਇਹੀ ਗੱਲ ਦਿੱਲੀ ਦੇ ਮਾਮਲੇ 'ਚ ਭਾਰਤੀ ਜਨਤਾ ਪਾਰਟੀ ਤੇ ਉਹਦੀ ਸਰਕਾਰ ਕੇਂਦਰ ਵਾਲੇ ਨੂੰ ਸਮਝਣੀ ਚਾਹੀਦੀ ਹੈ ਕਿ ਇਹ ਲੋਕਤੰਤਰੀ ਦੇਸ਼ ਆ। ਇਹਨਾਂ ਜੋ ਕੁਝ ਪਾਰਲੀਮੈਂਟ 'ਚ ਇਸ ਹਫ਼ਤੇ ਪਹਿਲੇ 3 ਦਿਨਾਂ 'ਚ ਕੀਤਾ ਉਹ ਸਰਾਸਰ ਗਲਤ ਹੈ ਜੀ। ਇਹਨਾਂ ਨੇ ਪਹਿਲਾਂ ਸੋਮਵਾਰ ਨੂੰ ਲੋਕ ਸਭਾ 'ਚੋਂ ਬਿੱਲ ਪਾਸ ਕਰਾਇਆ, ਨੈਸ਼ਨਲ ਕੈਪੀਟਲ ਟੈਰੀਟਰੀ ਗਵਰਨੈਂਸ ਬਿੱਲ, ਜਿਹਦੇ ਵਿੱਚ ਬਹੁਤੀਆਂ ਤਾਕਤਾਂ ਜਿਹੜੀਆਂ ਉਹ ਖੋਹ ਕੇ ਦਿੱਲੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਸਰਕਾਰ ਤੋਂ ਤੇ ਲੈਫਟੀਨੈਂਟ ਗਵਰਨਰ ਨੂੰ ਦੇ ਦਿੱਤੀਆਂ। ਥੋੜੀਆਂ ਜਿਹੀਆਂ ਦੇ ਪੱਲੇ ਰਹਿਣ ਦਿੱਤੀਆਂ ਔਰ ਹਰ ਫੈਸਲਾ ਆਖਿਆ ਕਿ ਕਰਨ ਤੋਂ ਬਾਅਦ ਲੈਫਟੀਨੈਂਟ ਗਵਰਨਰ ਨੂੰ ਦੱਸਣਾ ਪਊ। ਨਾਲ ਕੇਂਦਰ ਸਰਕਾਰ ਨੇ ਆਪਣੀ ਮਨ ਦੀ ਇੱਛਾ ਲੁਕਾਈ ਨਹੀਂ, ਕਹਿਤਾ ਕਿ 2014 ਤੱਕ ਠੀਕ ਸੀ, 2015 ਤੋਂ ਗੜਬੜ ਹੋਈ। ਇਹਦਾ ਮਤਲਬ ਕਿ 2015 ਚੜ੍ਹਦੇ ਸਾਰ ਫਰਵਰੀ 'ਚ ਅਰਵਿੰਦ ਕੇਜਰੀਵਾਲ ਆ ਗਿਆ ਸੀ ਕਿ ਉਹ ਸਾਨੂੰ ਹਜਮ ਨਹੀਂ ਹੁੰਦਾ, ਉਹਦਾ ਕਰਕੇ ਫੈਸਲੇ ਕਰਨੇ ਪਏ। ਇਹਨਾਂ ਨੇ ਕੱਲ ਜਦੋਂ ਰਾਜ ਸਭਾ 'ਚੋਂ ਪਾਸ ਕਰਾਇਆ ਉਹਦੇ ਤੋਂ ਬਾਅਦ ਧਮੱਚੜ ਤਾਂ ਉੱਥੇ ਬਹੁਤ ਪਿਆ। ਹੁਣ ਕਿਉਂਕਿ ਪਾਸ ਕਰਵਾ ਚੁੱਕੇ ਆ, ਇਹ ਰਾਸ਼ਟਰਪਤੀ ਦੀ ਮੋਹਰ ਲਵਾ ਕੇ ਤੇ ਕਾਨੂੰਨ ਬਣਾ ਦੇਣਗੇ। ਇਹਦੇ ਨਾਲ ਇੱਕ ਗਲਤ ਲੀਹ ਪੈ ਗਈ ਹੈ। ਜੇ ਇਹਨਾਂ ਨੇ ਚੁਣੀ ਹੋਈ ਸਰਕਾਰ ਨੂੰ ਇਸ ਤਰ੍ਹਾਂ ਪਾਸੇ ਕਰਕੇ ਤੇ ਅਰਵਿੰਦ ਕੇਜਰੀਵਾਲ ਨੂੰ ਖੂੰਜੇ ਲਾਇਆ ਤੇ ਜਿਹੜੇ ਅਰਵਿੰਦ ਕੇਜਰੀਵਾਲ ਦਾ ਗੁੱਡਾ ਬਣਨ ਵਾਸਤੇ ਰੋਜ਼ ਲੱਗੇ ਰਹਿੰਦੇ ਆ, ਉਹ ਸਮਝ ਲੈਣ ਕਿ ਗੱਲ ਕੇਜਰੀਵਾਲ ਦੀ ਨਹੀਂ, ਗੱਲ ਸਾਰੇ ਦੇਸ਼ ਦੇ ਰਾਜਾਂ ਦੀ ਆ। ਅਸੀਂ ਲੋਕਾਂ ਨੇ ਸੁਣਿਆ ਕਿ ਧਾਰਾ 356 ਦੇ ਨਾਲ ਕਿਸੇ ਸੂਬੇ ਦੀ ਸਰਕਾਰ ਤੋੜੀ ਜਾ ਸਕਦੀ ਹੈ, ਪਰ ਬਹੁਤੇ ਲੋਕਾਂ ਨੂੰ ਇਹ ਪਤਾ ਕਿ ਸਰਕਾਰ ਤੋੜਨ ਦੀ ਲੋੜ ਨਹੀਂ। ਧਾਰਾ 356 ਦੇ ਵਿੱਚ ਇਹ ਵੀ ਪ੍ਰਬੰਧ ਹੈਗਾ ਕਿ ਕੇਂਦਰ ਸਰਕਾਰ ਚਾਹੇ ਤੇ ਕਿਸੇ ਵੀ ਸੂਬੇ ਦੀ ਸਰਕਾਰ, ਫਰਜ਼ ਕਰੋ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੀ ਹੋਵੇ, ਉਹਨੂੰ ਤੋੜੇ ਬਗੈਰ ਉਹਦੇ ਕੋਲੋਂ ਕੁਝ ਤਾਕਤਾਂ, ਮਿਸਾਲ ਦੇ ਤੌਰ ਪੁਲਿਸ ਦਾ ਮਹਿਕਮਾ, ਜਿਹੜਾ ਜਨਰਲ ਐਡਮਿਨਿਸਟ੍ਰੇਸ਼ਨ ਦਾ ਮਹਿਕਮਾ, ਸੜਕਾਂ ਦਾ ਮਹਿਕਮਾ, ਹਸਪਤਾਲਾਂ ਦਾ ਮਹਿਕਮਾ, ਸਕੂਲਾਂ ਦਾ ਮਹਿਕਮਾ, ਲੋਕਲ ਬਾਡੀਜ਼ ਤੇ ਬਿਜਲੀ ਦਾ ਮਹਿਕਮਾ, ਇਹ ਸਾਰੇ ਜੇ ਚਾਹੇ ਤੇ ਧਾਰਾ 356 ਅਧੀਨ ਅਮਰਿੰਦਰ ਸਿੰਘ ਦੀ ਸਰਕਾਰ ਤੋੜੇ ਬਗੈਰ ਵੀ ਸਿੱਧਾ ਆਪਣੇ ਹੱਥ 'ਚ ਲੈ ਸਕਦੇ ਆ। ਜਿਹੜਾ ਰਾਹ ਇਹਨਾਂ ਨੇ ਦਿੱਲੀ ਦੇ ਵਿੱਚ ਲੈਫਟੀਨੈਂਟ ਗਵਰਨਰ ਦੀਆਂ ਤਾਕਤਾਂ ਵਧਾ ਕੇ ਖੋਲ੍ਹਿਆ, ਉਹ ਜੇ ਰੋਕਿਆ ਨਾ ਗਿਆ, ਜੇ ਸੁਪਰੀਮ ਕੋਰਟ ਵਿੱਚ ਜਾ ਕੇ ਵੀ ਚੈਲੰਜ ਕਰਨ ਤੋਂ ਬਾਅਦ ਉਹ ਲਾਗੂ ਹੀ ਰਹਿੰਦਾ, ਤੇ ਤੁਸੀਂ ਇਹ ਸਮਝ ਲਓ ਕਿ ਗੱਲ ਦਿੱਲੀ ਦੀ ਨਹੀਂ, ਗੱਲ ਸਾਰੇ ਭਾਰਤ ਦੇ ਉਹਨਾਂ ਸੂਬਿਆਂ ਦੀ ਆ ਜਿੱਥੇ ਭਾਜਪਾ ਦੇ ਵਿਰੋਧ ਵਾਲੀਆਂ ਸਰਕਾਰਾਂ ਨੇ ਗੱਲ ਸਹਿ ਦੀ ਨਹੀਂ ਰਹਿ ਗਈ। ਇਹ ਹੁਣ ਪੈ ਦੀ ਆ। ਜੇ ਪਿਆ ਪੈ ਗਿਆ ਤੇ ਇਹ ਪਿਆ ਲੋਕਤੰਤਰ ਨੂੰ ਖਿੱਚਦਾ ਸ਼ਮਸ਼ਾਨ ਘਾਟ ਤੱਕ ਲੈ ਜਾਵੇਗਾ। ਲੋਕਤੰਤਰ ਜੇ ਬਚਾਉਣਾ ਤੇ ਉਹਦੇ ਵਾਸਤੇ ਸਾਰੀਆਂ ਧਿਰਾਂ ਨੂੰ ਇਹਦੇ ਲਈ ਯਤਨ ਕਰਨੇ ਪੈਣਗੇ, ਨਹੀਂ ਤਾਂ ਫਿਰ ਜੋ ਕੁਝ ਹੁੰਦਾ ਪਿਆ ਪੜੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਨ, ਇਹ ਬਾਕੀ ਸਾਰਿਆਂ ਦੇ ਵਾਂਗ ਇਹਨਾਂ ਨੂੰ ਵੇਖੋ ਵੇਖੀ ਬਾਕੀ ਸੂਬਿਆਂ ਵਾਲਿਆਂ ਨੂੰ। ਉਹ ਕੱਲਾ ਪੰਜਾਬ ਵਾਲਾ ਕੈਪਟਨ ਅਮਰਿੰਦਰ ਸਿੰਘ ਨਹੀਂ, ਰਾਜਸਥਾਨ ਵਾਲਾ ਅਸ਼ੋਕ ਗਹਿਲੋਤ ਨਹੀਂ, ਛੱਤੀਸਗੜ੍ਹ ਦੇ ਵਿੱਚ ਬੈਠਾ ਜਿਹੜਾ ਭੁਪੇਸ਼ ਬਘੇਲ ਹੈ ਕਾਂਗਰਸ ਦਾ, ਉਹੀ ਨਹੀਂ, ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਵਾਲਾ ਉਧਵ ਠਾਕਰੇ ਹੀ ਨਹੀਂ, ਜਿਹੜਾ ਉੜੀਸਾ ਦੇ ਵਿੱਚ ਚੁੱਪ ਚਪੀਤਾ ਬੈਠਾ ਨਵੀਨ ਪਟਨਾਇਕ ਹੈ, ਜਾਂ ਤੇਲੰਗਾਨਾ ਦਾ ਰਾਸ਼ਟਰੀ ਸਮਿਤੀ ਵਾਲਾ ਚੰਦਰ ਸ਼ੇਖਰ ਰਾਓ ਹੈ, ਜਾਂ ਇਸ ਵੇਲੇ CSR ਰੈਡੀ ਕਾਂਗਰਸ ਵਾਲਾ ਜਗਨ ਮੋਹਨ ਰੈਡੀ ਹੈ। ਇਹਨਾਂ ਸਾਰਿਆਂ ਨੂੰ ਸਮਝਣਾ ਚਾਹੀਦਾ ਕਿ ਜੇ ਲੀਹ ਪੈ ਗਈ ਤੇ ਗੱਲ ਉਹਨਾਂ ਦੇ ਘਰ ਤੱਕ ਵੀ ਅੱਜ ਨਹੀਂ ਕੱਲ ਨਹੀਂ ਪਰਸੋਂ ਆ ਜਾਣੀ। ਜੀ ਬਿਲਕੁਲ। ਪੰਨੂ ਸਾਹਿਬ, PK ਪ੍ਰਸ਼ਾਂਤ ਕਿਸ਼ੋਰ ਨੇ ਕੁਝ ਵਿਧਾਇਕਾਂ ਨਾਲ ਮੀਟਿੰਗ ਕੀਤੀ ਹੈ। ਇਹ ਗਿਲੇ ਸ਼ਿਕਵੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਫਿਰ ਕੋਈ ਨਵੀਂ ਰਣਨੀਤੀ ਬਣਾਈ ਜਾ ਰਹੀ ਹੈ? ਕਿਵੇਂ ਦੇਖਦੇ ਹੋ ਇਸ ਮੀਟਿੰਗ ਨੂੰ?
ਚੰਗਾ ਕੀਤਾ ਮਗਰੋਂ ਤੁਸੀਂ ਪ੍ਰਸ਼ਾਂਤ ਕਿਸ਼ੋਰ ਕਹਿਤਾ, ਨਹੀਂ ਤੇ ਜਦੋਂ ਜੀ ਪੀਕੇ ਕਹਿੰਦੇ ਮੈਂ ਸਮਝਦਾ ਵੀ ਪੀਕੇ ਕਿਉਂ ਕੀਤੀ ਮੀਟਿੰਗ, ਬਿਨਾਂ ਪੀਤੇ ਹੀ ਕਰ ਲੈਂਦੇ, ਪਰ ਬਾਅਦ 'ਚ ਤੁਹਾਨੂੰ ਦੱਸਿਆ ਨਹੀਂ ਉਹ ਪ੍ਰਸ਼ਾਂਤ ਕਿਸ਼ੋਰ ਨੇ ਮੀਟਿੰਗ ਜੀ ਕੀਤੀ ਆ। ਪੰਜਾਬ ਕਾਂਗਰਸ ਦੇ ਜਿਹੜੇ ਵਿਧਾਇਕ ਨਵੇਂ ਨੇ, ਪਹਿਲੀ ਵਾਰ ਵਾਲੇ, ਉਹਨਾਂ ਦੇ ਨਾਲ ਉਹਨੇ ਮੀਟਿੰਗ ਕੀਤੀ ਹੈ ਤੇ ਉਸ ਮੀਟਿੰਗ ਦੇ ਵਿੱਚ ਉਹਨਾਂ ਨੂੰ ਪੁੱਛਿਆ ਭਾਈ ਚੋਣਾਂ ਆ ਗਈਆਂ ਨੇ, ਜੀ ਮੈਂ ਆ ਚੋਣ ਰਣਨੀਤੀਕਾਰ ਤੇ ਤੁਸੀਂ ਉਹ ਜਿਨ੍ਹਾਂ ਨੇ ਚੋਣਾਂ ਦੋਹਰੀ ਵਾਰ ਲੜਨੀਆਂ, ਤੁਸੀਂ ਇਹ ਦੱਸੋ ਕਿ ਤੁਹਾਡੇ ਹਲਕਿਆਂ 'ਚ ਕੰਮ ਹੁੰਦਾ ਹੈ? ਤੇ ਉਹਨੇ ਆਖਿਆ ਜੀ ਕੰਮ ਹੀ ਕੋਈ ਨਹੀਂ ਹੋ ਰਿਹਾ, ਵਿਕਾਸ ਦੇ ਕੰਮ ਠੱਪ ਪਏ ਨੇ ਸਾਡੇ, ਤੁਸੀਂ ਕਰਵਾ ਦਿਓ, ਹੁਣ ਆ ਗਏ ਆ ਤੇ ਕਰਦਾ ਹੀ ਜੀ ਕੋਈ ਨਹੀਂ। ਉਹਨੇ ਆਖਿਆ ਮੰਤਰੀਆਂ ਨਾਲ ਤੁਸੀਂ ਗੱਲ ਕੀਤੀ ਹੈ? ਉਹ ਕਹਿੰਦੇ ਜੀ ਗੱਲ ਕਿਹਦੇ ਨਾਲ ਕਰਨੀ ਆ, ਮੰਤਰੀ ਸਾਰੇ ਜਿਹੜੇ ਆਪੋ ਆਪਣੀ ਮਰਜ਼ੀ ਦੇ ਦੋ ਦੋ ਤਿੰਨ ਤਿੰਨ ਗਿਣੇ ਚੁਣੇ ਵਿਧਾਇਕਾਂ ਨੂੰ ਮਿਲਦੇ ਆ, ਜੀ ਬਾਕੀਆਂ ਚੋਂ ਕਿਸੇ ਦਾ ਕੋਈ ਫੋਨ ਵੀ ਨਹੀਂ ਸੁਣਦਾ। ਉਹਨੇ ਆਖਿਆ ਤੁਸੀਂ ਅਫਸਰਾਂ ਨਾਲ ਗੱਲ ਕਰਦੇ ਜੇ? ਕਹਿੰਦੇ ਜੀ ਕਿਹੜੇ ਅਫਸਰ, ਅਫਸਰ ਸਾਡੀ ਗੱਲ ਕੋਈ ਨਹੀਂ ਸੁਣਦੇ। ਜੇ ਹਾਕਮ ਪਾਰਟੀ ਹੋਵੇ ਕਾਂਗਰਸ ਤੇ ਉਹਦੇ ਵਿਧਾਇਕ ਇਹ ਕਹਿਣ ਕਿ ਸਾਡੀ ਗੱਲ ਨਾ ਤਾਂ ਮੰਤਰੀ ਸੁਣਦੇ ਆ ਤੇ ਨਾ ਅਫਸਰ ਸੁਣਦੇ ਆ, ਤੇ ਫਿਰ ਇਹਦੋਂ ਭੈੜੀ ਹਾਲਤ ਕੀ ਹੋਵੇਗੀ? ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਇਹ ਵਹਿਮ ਹੈ ਕਿ ਇੱਥੇ ਪੰਜਾਬ ਦੇ ਵਿੱਚ ਆਲਟਰਨੇਟਿਵ ਕੋਈ ਨਹੀਂ, ਸਾਡੇ ਵਿਰੋਧ ਦੀ ਧਿਰ ਤਕੜੀ ਕੋਈ ਨਹੀਂ, ਤੇ ਇਸ ਕਰਕੇ ਲੋਕਾਂ ਦੀ ਮਜਬੂਰੀ ਹੈ ਕਿ ਅਸੀਂ ਭਾਵੇਂ ਬਾਂਹ ਸਰਾਣੇ ਦੇ ਕੇ ਸੁੱਤੇ ਰਹੀਏ, ਇਹਨਾਂ ਨੇ ਵੋਟਾਂ ਤੇ ਸਾਨੂੰ ਪਾਉਣੀਆਂ ਹੀ ਪਾਉਣੀਆਂ, ਜਾਣਗੇ ਕਿੱਥੇ। ਜੀ ਇਹ ਇਹਨਾਂ ਦਾ ਵਹਿਮ ਜਿਹੜਾ ਟੁੱਟ ਜਾਣਾ ਚਾਹੀਦਾ। ਇਸ ਵੇਲੇ ਤੱਕ ਮੁੱਖ ਮੰਤਰੀ ਸਾਹਿਬ ਨੂੰ ਵੀ ਥੋੜਾ ਜਿਹਾ ਇਸ ਆਪਣੇ ਸੀਸਵਾਂ ਵਾਲੇ ਫਾਰਮ ਚੋਂ ਬਾਹਰ ਨਿਕਲਣਾ ਚਾਹੀਦਾ। ਆ ਜਿਹੜੀਆਂ ਲਗਾਤਾਰ ਪਿਛਲੇ 5-6 ਦਿਨਾਂ ਤੋਂ ਸਟੇਟਮੈਂਟਾਂ ਆਉਂਦੀਆਂ, ਅਸੀਂ ਸਟੇਟਮੈਂਟਾਂ ਵੇਖਦੇ ਹਾਂ, ਮੀਲ ਲੰਮੀਆਂ ਸਟੇਟਮੈਂਟਾਂ ਨੇ, ਵਿੱਚੋਂ ਕੱਖ ਵੀ ਨਹੀਂ ਨਿਕਲਦਾ ਪਿਆ। ਉਹਨਾਂ ਸਟੇਟਮੈਂਟਾਂ ਤੋਂ ਅੱਗੇ ਵੱਧ ਕੇ ਐਡਮਿਨਿਸਟ੍ਰੇਸ਼ਨ ਦੇ ਕੰਮ ਕਰਨ ਦੀ ਲੋੜ ਹੈ, ਜਿਹੜੇ ਮੁੱਖ ਮੰਤਰੀ ਸਾਹਿਬ ਨਹੀਂ ਕਰ ਰਹੇ। ਜੀ ਔਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੇ ਮੰਤਰੀ ਬਿਲਕੁਲ ਆਰਾਮ ਨਾਲ ਬੈਠੇ ਨੇ। 2-4 ਮੰਤਰੀ ਤਾਂ ਇਹੋ ਜਿਹੇ ਆ ਜਿਨ੍ਹਾਂ ਦੇ ਬਾਰੇ ਚਰਚੇ ਆ ਕਿ ਉਹ ਸਿਰਫ ਐਸ਼ ਕਰਦੇ ਆ ਤੇ ਰਾਤ ਦੀਆਂ ਮਹਿਫਲਾਂ ਹੀ ਗਰਮ ਕਰਦੇ ਪਏ ਨੇ। ਜੀ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ। ਇੱਕ ਉੱਪਰੋਂ ਧਾਰਮਿਕ ਤੇ ਅੰਦਰੋਂ ਬਹੁਤ ਕੁਝ ਹੋਰ ਹੈ, ਉਹ ਮੰਤਰੀ ਜ਼ਿਆਦਾ ਇਹੋ ਜਿਹਾ ਮਾਮਲਿਆਂ ਦੇ ਵਿੱਚ ਮਾਹਿਰ ਹੈ। ਇਹ ਸਾਰਿਆਂ ਦੇ ਬਾਰੇ ਧਿਆਨ ਕਰਨਾ ਚਾਹੀਦਾ। ਜਿਹੜੇ ਉਹਨਾਂ ਦੇ ਹੇਠਾਂ ਵਿਧਾਇਕ ਨੇ ਜੋ ਕੁਝ ਉਹ ਕਰਦੇ ਪਏ ਆ, ਇਹ ਕਦੇ ਮੁੱਖ ਮੰਤਰੀ ਸਾਹਿਬ ਨੇ ਵੇਖਿਆ ਕਿ ਫੰਡ ਤੁਸੀਂ ਥੱਲੇ ਦੇਈ ਜਾਂਦੇ ਹੋ? ਸਭ ਥਾਵਾਂ ਤੇ ਇੰਟਰਲਾਕਿੰਗ ਟਾਈਲ ਪਿੰਡਾਂ ਵਿੱਚ ਲਾ ਦਿਓ, ਪਰ ਲਿਸਟ ਲੈਣੀ ਆ ਤੇ ਸਾਡੇ ਤੋਂ ਲੈ ਲਓ ਕਿ ਜੀ ਤੁਹਾਡੇ ਕਿਹੜੇ ਕਿਹੜੇ ਵਿਧਾਇਕ ਦੀਆਂ ਇੰਟਰਲਾਕਿੰਗ ਟਾਈਲਸ ਦੀਆਂ ਫੈਕਟਰੀਆਂ ਚੱਲਦੀਆਂ ਪਈਆਂ ਨੇ। ਉਹ ਜਿਹੜੇ ਪਿੰਡ ਦਾ ਚੈੱਕ ਹੁੰਦਾ, ਉਹਨਾਂ ਨੂੰ ਚੈੱਕ ਫੜਾ ਕੇ ਨਾਲ ਹੀ ਇਹ ਕਹਿ ਦਿੰਦੇ ਚੈੱਕ ਮੇਰੇ ਪੀਏ ਨੂੰ ਦੇ ਦਿਓ, ਟਾਈਲਾਂ ਮੇਰੀ ਫੈਕਟਰੀ ਤੋਂ ਆਉਣਗੀਆਂ। ਮੇਰੀ ਫੈਕਟਰੀ ਦਾ ਮਤਲਬ ਕਿ ਰੱਦੀ ਮਾਲ ਵੀ ਆਇਆ ਤੇ ਤੁਹਾਡੇ ਪਿੰਡ ਵਾਲਿਆਂ ਨੂੰ ਲਾਉਣਾ ਪੈਣਾ। ਕੀ ਤੁਸੀਂ ਆਪ ਇਹ ਚੈੱਕ ਕਰਾਓਗੇ ਕਿ ਅਗਲੀ ਕੋਈ ਸਰਕਾਰ ਆ ਕੇ ਵਿਜੀਲੈਂਸ ਵਾਲਾ ਚੈੱਕ ਕਰਾਵੇਗਾ? ਇਹ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਐਮਐਲਏਸ ਦੀਆਂ ਵੀ ਥੋੜ੍ਹੀਆਂ ਜਿਹੀਆਂ ਤੜਾਵਾਂ ਖਿੱਚਣੀਆਂ ਪੈਣੀਆਂ, ਉਹਨਾਂ ਦੀ ਲਗਾਮ ਖਿੱਚਣੀ ਪੈਣੀ ਆ। ਬਦਨਾਮੀ ਬਹੁਤ ਹੋਈ ਆ। ਜਿਹੜੇ ਐਮਐਲਏ ਦੀਆਂ ਗੱਡੀਆਂ ਉਹ ਭਿੱਖੀਵਿੰਡ ਦੇ ਲਾਗੇ, ਮਾੜੀ ਕੰਬੋ ਕੇ ਲਾਗੇ ਜਾ ਕੇ ਅੱਧੀ ਰਾਤ ਨੂੰ ਕਾਰ ਵੀ ਤੇ ਟਰੱਕ ਵੀ ਫੜੇ ਗਏ ਸੀ, ਰੌਲਾ ਉਹਦੇ ਖਿਲਾਫ ਵੀ ਬਹੁਤ ਪੈਂਦਾ ਰਿਹਾ। ਹੁਣ ਵੀ ਪੈਂਦਾ ਪਿਆ। ਸ਼ਰਾਬ ਦੀਆਂ ਫੈਕਟਰੀਆਂ ਦਾ ਮਾਮਲਾ ਕਿਸੇ ਪਾਸੇ ਨਹੀਂ ਲੱਗਾ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ, ਇਹ ਕੀ ਹੁਣ ਪੀਕੇ ਸਾਹਿਬ ਨੇ ਆ ਕੇ ਵੇਖਣੀਆਂ ਨੇ? ਸਰਕਾਰ ਕਾਹਦੇ ਲਈ ਹੈ, ਮੰਤਰੀ ਕਾਹਦੇ ਲਈ ਨੇ, ਮੰਤਰੀ ਮੰਡਲ ਕਾਹਦੇ ਲਈ ਹੈ? ਉਹਨਾਂ ਨੂੰ ਕੁਝ ਨਾ ਕੁਝ ਕਰਨਾ ਪਊ। ਨਹੀਂ ਤੇ ਕੱਲ ਜਿਹੜੇ 35 ਵਿਧਾਇਕ ਮਿਲੇ ਸਨ, ਉਹ ਥੋੜੀਆਂ ਬਹੁਤ ਗੱਲਾਂ ਦੱਸ ਆਏ ਆ। ਜੀ ਅਜੇ ਜਦੋਂ ਬਾਕੀ ਦੇ ਜਾਣਗੇ, ਜਿਹੜੇ ਭਰੇ ਪੀਤੇ ਬੈਠੇ ਆ, ਉਹ ਇਹਦੇ ਨਾਲ ਦੁੱਗਣੀਆਂ ਦੱਸਣਗੇ। ਹਾਂ, ਨਹੀਂ ਦੱਸਣਗੇ ਤੇ ਐਮਐਲਏ ਨਹੀਂ ਦੱਸਣਗੇ। ਜੇ ਬੋਲਣਗੇ ਤੇ ਆਪਣੇ ਮਹਿਕਮੇ ਬਾਰੇ ਨਹੀਂ, ਨਾਲ ਦਿਆਂ ਵੱਲ ਉਂਗਲਾਂ ਕਰਨਗੇ, ਫਲਾਨਾ ਖਾ ਗਿਆ। ਆਪਣੀ ਗੱਲ ਉਹਨਾਂ 'ਚ ਕੋਈ ਨਹੀਂ ਕਰੇਗਾ। ਅੱਵਲ ਤਾਂ ਬਹੁਤੇ ਮੰਤਰੀਆਂ ਨੇ ਪੀਕੇ ਕੋਲ ਜਾਣਾ ਹੀ ਨਹੀਂ ਕਿ ਜੀ ਪੀਕੇ ਰਾਜ ਮੰਤਰੀ ਦਾ ਦਰਜਾ, ਅਸੀਂ ਪੂਰੇ ਮੰਤਰੀ, ਅਸੀਂ ਇਹਦੇ ਕੋਲ ਕਿਉਂ ਜਾਈਏ? ਉਹਨਾਂ ਨੇ ਇਹਨੂੰ ਟਿੱਚ ਜਾਣਾ। ਅੰਦਰ ਦੀ ਲੜਾਈ ਕਾਂਗਰਸ ਪਾਰਟੀ ਨੂੰ ਲੈ ਵੀ ਬੈਠੇਗੀ। ਇਹਦੇ 'ਚ ਥੋੜਾ ਬਹੁਤ ਸੋਚਣਾ ਪਊ, ਪਰ ਸੋਚਣਾ ਕਿਹਨੇ ਆ? ਮੁੱਖ ਮੰਤਰੀ ਸਾਹਿਬ ਨੇ। ਮੁੱਖ ਮੰਤਰੀ ਸਾਹਿਬ ਆਪ ਹੀ ਅਜੇ ਬਹੁਤਾ ਕਰਕੇ ਲੋਕਾਂ ਨੂੰ ਮਿਲਦੇ ਨਹੀਂ ਪਏ। ਜੀ ਪੰਨ ਸਾਹਿਬ, ਪੁਰਾਣਾ ਇਤਿਹਾਸ ਦੱਸਦਾ ਹੈ ਕਿ ਹਰ ਅੰਦੋਲਨ ਵਿੱਚੋਂ ਕੋਈ ਨਾ ਕੋਈ ਪਾਰਟੀ ਨਿਕਲੀ ਹੈ, ਭਾਵੇਂ ਉਹ ਦਿੱਲੀ ਵਿੱਚੋਂ ਪਾਰਟੀ ਨਿਕਲੀ ਹੋਵੇ, ਚਾਹੇ ਹੋਰ ਕਿਸੇ ਵੀ ਸੂਬੇ ਤੋਂ। ਸੰਯੁਕਤ ਕਿਸਾਨ ਮੋਰਚੇ ਨੇ ਹੁਣ ਇਹ ਗੱਲ ਸਾਫ਼ ਕਹਿ ਦਿੱਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਬੰਦਾ ਰਾਜਨੀਤੀ ਵਿੱਚ ਨਹੀਂ ਜਾਵੇਗਾ। ਇਹ ਕਿਵੇਂ ਦੇਖਦੇ ਹੋ ਇਸ ਬਿਆਨ ਨੂੰ? ਦੇਖੋ, ਇਹ ਗੱਲ ਨਵੰਬਰ ਵਿੱਚ ਜਦੋਂ ਦਿੱਲੀ ਜਾ ਕੇ ਧਰਨੇ ਮਾਰੇ ਆ, ਜੀ ਉਦੋਂ ਤੋਂ ਹੀ ਚੱਲ ਪਈ ਸੀ ਕਿ ਪੰਜਾਬ ਦੇ ਵਿੱਚ ਕੁਝ ਲੋਕ ਇਸ ਗੱਲ ਦਾ ਫਾਇਦਾ ਲੈ ਕੇ ਤੇ ਇੱਥੇ ਇੱਕ ਨਵੀਂ ਪਾਰਟੀ ਬਣਾਉਣ ਨੂੰ ਫਿਰਦੇ ਆ। ਫਿਰ ਜਦੋਂ ਪਤਾ ਲੱਗਾ ਕਿ ਹਰਿਆਣੇ ਵਾਲੇ, ਰਾਜਸਥਾਨ ਵਾਲੇ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਵਾਲੇ ਨਾਲ ਤੁਰ ਪਏ ਆ, ਛੱਤੀਸਗੜ੍ਹ, ਬਿਹਾਰ ਵਾਲੇ ਵੀ ਤੁਰ ਪਏ ਤੇ ਮਹਾਰਾਸ਼ਟਰ ਤੱਕ ਗੱਲ ਚਲੀ ਗਈ ਆ। ਉਦੋਂ ਫਿਰ ਇਹ ਵਿੱਚੇ ਵਿੱਚ ਚਰਚਾ ਚੱਲੀ ਸੀ ਕਿ ਭਾਰਤ ਦੇ ਪੱਧਰ ਉੱਤੇ ਇੱਕ ਕਿਸਾਨ ਮਜ਼ਦੂਰ ਪਾਰਟੀ ਬਣਾਉਣ ਦੀ ਚਰਚਾ ਚੱਲਦੀ ਹੈ। ਜੀ ਅੰਦਰੇ ਅੰਦਰ ਇਹੋ ਜਿਹੀਆਂ ਤਿਆਰੀਆਂ ਹੋ ਰਹੀਆਂ ਨੇ ਤੇ ਉਹ ਕੱਲ ਨੂੰ ਇਲੈਕਸ਼ਨਾਂ ਦੇ ਵਕਤ, ਲੋਕ ਸਭਾ ਚੋਣਾਂ ਜਿਹੜੀਆਂ ਹੋਣੀਆਂ ਨੇ 2024 ਦੀਆਂ, ਉਦੋਂ ਤੱਕ ਲੋਕਾਂ ਸਾਹਮਣੇ ਅਚਾਨਕ ਵੀ ਆ ਸਕਦੇ ਜਾਂ ਉਸ ਤੋਂ ਪਹਿਲਾਂ ਕੋਈ ਨੂੰ ਬਣ ਸਕਦੇ ਆ। ਅੱਜ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਤੇ ਚਰਚਾ ਬਹੁਤ ਜ਼ੋਰ ਤੇ ਹੈ ਕਿ ਖਾਸ ਤੌਰ ਤੇ ਸਾਡੇ ਪੰਜਾਬ ਤੇ ਹਰਿਆਣੇ ਦੇ ਵਿੱਚ ਇਹੋ ਜਿਹੀ ਇੱਕ ਪਾਰਟੀ ਬਣ ਸਕਦੀ ਹੈ। ਜੀ ਜੇ ਵੱਧ ਜਾਵੇ ਤੇ ਇਹ ਵੱਗ 'ਚ ਕੱਟੀ ਰਲਾਉਣ ਵਾਲੀ ਗੱਲ ਹੋਵੇਗੀ। ਪਹਿਲਾਂ ਹੀ ਬਹੁਤ ਵੱਡਾ ਸਿਆਸੀ ਪਾਰਟੀਆਂ ਦਾ ਵੱਗ ਇੱਥੇ ਫਿਰਦਾ, ਉਸ ਵੱਗ ਦੇ ਵਿੱਚ ਇੱਕ ਕੱਟੀ ਹੋਰ ਰਲ ਜਾਵੇਗੀ, ਉਹਦੇ 'ਚੋਂ ਫਾਇਦਾ ਕੋਈ ਨਹੀਂ ਹੋਣਾ। ਪਹਿਲਾਂ ਵੀ ਬਹੁਤ ਪਾਰਟੀਆਂ ਬਣੀਆਂ ਹੋਈਆਂ ਨੇ।
ਇਹਦੇ ਉੱਤੇ ਜਿਹੜੇ ਸਿਆਣੇ ਲੋਕ ਸੀ ਉਹ ਕਹਿੰਦੇ ਸੀ ਤੁਸੀਂ ਗਲਤ ਕਰਦੇ ਪਏ ਹੋ, ਪਰ ਕੁਝ ਜਿਹੜੇ ਹੁੱਲੜਬਾਜ਼ ਕਿਸਮ ਦੇ ਲੋਕ ਸੀ ਉਹ ਮੁੜ-ਮੁੜ ਕਰੀ ਜਾਂਦੇ ਸੀ ਨਹੀਂ ਸਾਰੀਆਂ ਪਾਰਟੀਆਂ ਰੱਦ ਕਰਕੇ ਤੇ ਹੁਣ ਸਾਨੂੰ ਇੱਕ ਇਹੋ ਜਿਹੀ ਪਾਰਟੀ ਬਣਾਉਣੀ ਚਾਹੀਦੀ ਹੈ। ਜੇ ਬਣਾਉਣੀ ਆ ਬਣਾ ਲਓ, ਕੋਈ ਲੋਕਤੰਤਰ ਤੁਹਾਡਾ ਹੱਕ ਹੈ, ਉਹ ਕੋਈ ਬਣਾਉਣ ਤੋਂ ਰੋਕ ਨਹੀਂ ਸਕਦਾ। ਜੀ ਪਰ ਇੰਨੀਆਂ ਪਾਰਟੀਆਂ ਦੇ ਵਿੱਚੋਂ ਕੀ ਤੁਸੀਂ ਇਹ ਫੈਸਲਾ ਕਰੋਗੇ ਕਿ ਪੁਰਾਣੀਆਂ ਪਾਰਟੀਆਂ ਚੋਂ ਇੱਕ ਵੀ ਬੰਦਾ ਇੱਥੇ ਨਾ ਆਵੇ? ਇਹ ਗੱਲ ਤਾਂ ਪੀਪਲਸ ਪਾਰਟੀ ਵਾਲੇ ਮਨਪ੍ਰੀਤ ਸਿੰਘ ਬਾਦਲ ਨੇ ਵੀ ਆਖੀ ਸੀ। ਬਿਲਕੁਲ ਬਾਅਦ ਚ ਕਿੰਨੇ ਬੰਦੇ ਔਰ ਕਈ ਛੱਟੇ ਫੂਕੇ ਬੰਦੇ ਵੀ ਉੱਠ ਕੇ ਪੀਪਲਸ ਪਾਰਟੀ ਚ ਆ ਗਏ ਸਨ ਜਿਨ੍ਹਾਂ ਦੇ ਕੇਸ ਚੱਲਦੇ ਸੀ, ਤੇ ਮਨਪ੍ਰੀਤ ਸਿੰਘ ਬਾਦਲ ਆਪਣੀਆਂ ਚੋਣ ਸੰਭਾਵਨਾਵਾਂ ਦਾ ਕਰਕੇ ਉਹਨਾਂ ਨੂੰ ਨਾ ਨਹੀਂ ਸੀ ਕਰ ਸਕਿਆ ਤੇ ਬਾਅਦ ਚੋਂ ਸਾਰੇ ਬੇੜੀ ਦੇ ਪੱਥਰ ਬਣ ਗਏ ਸੀ। ਫਿਰ ਜਦੋਂ ਆਮ ਆਦਮੀ ਪਾਰਟੀ ਆਈ, ਇਹਨਾਂ ਨੇ ਆਖਿਆ ਅਸੀਂ ਪੁਰਾਣੀਆਂ ਪਾਰਟੀਆਂ ਚੋਂ ਕੋਈ ਬੰਦੇ ਨਹੀਂ ਲੈਣੇ, ਪਰ ਲੈ ਸੀ ਕਿੰਨੇ ਲੈ ਗਿਣਤੀ ਕਰਨੀ ਅਸੀਂ ਕਰਕੇ ਦੱਸ ਦਿੰਨੇ ਆ। ਇਹਨਾਂ ਨੇ ਵੀ ਜਿੰਨੇ ਇੱਕ ਬੰਦੇ ਪੁਰਾਣੀਆਂ ਪਾਰਟੀਆਂ ਚੋਂ ਲੈ ਸੀ ਅੰਤ ਨੂੰ ਇਹਨਾਂ ਦੀ ਬੇੜੀ ਦੇ ਪੱਥਰ ਬਣ ਗਏ ਸੀ। ਹੁਣ ਕੁਝ ਲੋਕ ਕਹਿੰਦੇ ਆ ਕਿ ਇੱਕ ਨਵੀਂ ਪਾਰਟੀ ਬਣਾਈ ਜਾਣੀ ਚਾਹੀਦੀ ਹੈ ਜਿਹੜੀ ਕਿਸਾਨਾਂ ਤੇ ਮਜ਼ਦੂਰਾਂ ਦੇ ਮਸਲਿਆਂ ਵਾਸਤੇ ਲੜੇ। ਹਾਂ ਨਾਰਾ ਤੇ ਚੰਗਾ, ਲੜੇਗੀ ਨਾ ਲੜੇਗੀ ਉਹ ਬਾਅਦ ਦੀਆਂ ਗੱਲਾਂ, ਪਰ ਕਿਸਾਨ ਮੋਰਚੇ ਵਾਲਿਆਂ ਨੇ ਆਖਿਆ ਜਿਨ੍ਹਾਂ ਨੇ ਪਾਰਟੀ ਬਣਾਉਣੀ ਆਪਣੇ ਤੌਰ ਤੇ ਬਣਾਉਂਦੇ ਰਹਿਣ ਤੇ ਸਾਡੇ ਮੋਰਚੇ ਚੋਂ ਬਾਹਰ ਨਿਕਲ ਜਾਣ। ਸੰਯੁਕਤ ਕਿਸਾਨ ਮੋਰਚੇ ਦਾ ਇਹ ਪੱਕਾ ਫੈਸਲਾ ਹੈ ਕਿ ਅਸੀਂ ਚੋਣਾਂ ਨਾ ਲੜੀਆਂ, ਨਾ ਅਸੀਂ ਲੜਦੀਆਂ, ਨਾ ਸਾਡਾ ਇਹੋ ਜਿਹਾ ਕੋਈ ਫੈਸਲਾ। ਜਿਹੜੇ ਕਿਸੇ ਬੰਦੇ ਦਾ ਮਨ ਕਰਦਾ ਕਿ ਅਗਲੀ ਵਾਰੀ ਚੋਣਾਂ ਲੜਦੀਆਂ ਉਹ ਉਦੋਂ ਤੱਕ ਦੀ ਉਡੀਕ ਨਾ ਕਰੇ, ਜੀ ਵੇਲਾ ਰਹਿੰਦਿਆਂ ਹੁਣੇ ਹੀ ਛੱਡ ਜਾਵੇ। ਉਹਦਾ ਕਾਰਨ ਕੀ ਹੈ? ਉਹਨਾਂ ਕੱਲ ਇੱਕ ਮਹਾਪੰਚਾਇਤ ਪੰਜਾਬ ਦੇ ਕਿਸੇ ਜ਼ਿਲ੍ਹੇ 'ਚ ਫਿਰ ਕੀਤੀ ਆ ਤੇ ਉਹਦੇ ਵਿੱਚ ਬੜਾ ਠੋਕ ਕੇ ਕਹਿਤਾ ਕਿ ਸਾਡਾ ਇੱਕੋ ਇੱਕ ਨਿਸ਼ਾਨਾ ਭਾਰਤ ਸਰਕਾਰ ਵੱਲੋਂ ਜਿਹੜੇ ਕਿਸਾਨਾਂ ਦੇ ਖਿਲਾਫ 3 ਖੇਤੀ ਕਾਨੂੰਨ ਬਣਾਏ ਗਏ ਆ, ਜਿਹੜੇ ਤਿੰਨੇ ਬੜੇ ਖਤਰਨਾਕ ਕਾਨੂੰਨ ਆ, ਅਸੀਂ ਉਹ ਕਾਨੂੰਨ ਰੱਦ ਕਰਾਉਣਾ ਚਾਹੁੰਦੇ ਹਾਂ। ਉਹਨਾਂ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਲੜਾਈ ਨੂੰ ਅਸੀਂ ਇਹ ਨਹੀਂ ਚਾਹੁੰਦੇ ਕਿ ਖੱਬੇ ਸੱਜੇ ਕੋਈ ਖਿੱਚ ਲਵੇ ਤੇ ਉਹ ਖਿੱਚਣ ਤੋਂ ਬਾਅਦ ਸਾਡੀ ਲੜਾਈ ਕਮਜ਼ੋਰ ਕੀਤੀ ਜਾਵੇ। ਅਸੀਂ ਚਾਹੁੰਦੇ ਹਾਂ ਕਿ ਸਾਡੀ ਲੜਾਈ ਸਾਨੂੰ ਲੜਨ ਦਿੱਤੀ ਜਾਵੇ ਤੇ ਜਿਨ੍ਹਾਂ ਦੇ ਮਨ ਵਿੱਚ ਕੋਈ ਕੁਰਸੀਆਂ ਦੀ ਝਾਕ ਹੈ, ਕੋਈ ਐਮਐਲਏ ਮੰਤਰੀ ਬਣਨਾ ਚਾਹੁੰਦਾ, ਪਾਰਲੀਮੈਂਟ ਮੈਂਬਰ ਬਣਨਾ ਚਾਹੁੰਦਾ, ਕਿਸੇ ਮਨ 'ਚ ਇਹ ਵੀ ਇੱਛਾ ਹੋ ਸਕਦੀ ਹੈ ਕਿ ਮੈਂ ਸ਼ਾਇਦ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਦਿੱਲੀ ਦਾ ਮੁੱਖ ਮੰਤਰੀ ਬਣ ਗਿਆ ਤੇ ਮੇਰੀ ਵੀ ਵਾਰੀ ਆ ਜਾਓ। ਹਾਂ, ਵਾਰੀ ਝਾਕਣ ਵਾਲਿਆਂ ਨੂੰ ਇਹ ਚੇਤਾ ਰੱਖਣਾ ਚਾਹੀਦਾ ਕਿ ਮੁੰਡੇ ਨੇ ਪੁੱਛਿਆ ਸੀ ਮਾਂ ਜੇ ਨੰਬਰਦਾਰ ਮਰ ਜਾਵੇ ਤੇ ਮਾਂ ਨੇ ਆਖਿਆ ਦੂਜਾ ਬਣਾਉਣਗੇ, ਕਿ ਜੇ ਉਹ ਵੀ ਮਰ ਗਿਆ, ਜੋ ਤੀਜੀ ਵਾਰੀ ਪੁੱਛਿਆ ਕਹਿੰਦੀ ਪੁੱਤ ਸਾਰਾ ਪਿੰਡ ਮਰ ਗਿਆ, ਤੇਰੀ ਵਾਰੀ ਫਿਰ ਵੀ ਨਹੀਂ ਆਉਣੀ। ਕੁਝ ਇਦਾਂ ਦੇ ਲੋਕ ਆ ਜਿਹੜੇ ਇਹੋ ਜਿਹੀ ਵਾਰੀ ਦੀ ਝਾਕ ਵਿੱਚ ਤੁਰੇ ਫਿਰਦੇ ਨੇ ਔਰ ਬਹੁਤ ਜ਼ੋਰ ਲਾ ਰਹੇ ਨੇ। ਮੈਂ ਸਮਝਦਾ ਕਿ ਕਿਸਾਨਾਂ ਦੀ ਲੀਡਰਸ਼ਿਪ ਨੇ ਕੱਲ ਜਿਹੜੀ ਗੱਲ ਆਖੀ ਹੈ ਠੋਕ ਕੇ ਆਖੀ ਹੈ। ਜਿਹਨੂੰ ਕਿਸੇ ਨੂੰ ਇਹੋ ਜਿਹੀ ਝਾਕ ਹੈ ਕਿ ਮੈਂ ਕੱਲ ਨੂੰ ਰਾਜਗੱਦੀਆਂ ਵੱਲ ਨੂੰ ਤੁਰਨਾ, ਭਾਵੇਂ ਉਹ ਕਿਰਨ ਬੇਦੀ ਬਣਨਾ ਚਾਹੁੰਦਾ ਹੋਵੇ, ਹਾਰ ਕੇ ਬਾਅਦ ਵਿੱਚ ਗਵਰਨਰ ਬਣਨ ਦੀ ਇੱਛਾ ਰੱਖਦਾ ਹੋਵੇ, ਭਾਵੇਂ ਉਹ ਕੋਈ ਅਰਵਿੰਦ ਕੇਜਰੀਵਾਲ ਬਣਨਾ ਚਾਹੁੰਦਾ ਹੋਵੇ, ਉਹਨਾਂ ਨੂੰ ਵੇਲੇ ਸਿਰੇ ਇਸ ਗੱਡੀ ਤੋਂ ਉਤਰ ਜਾਣਾ ਚਾਹੀਦਾ। ਪੰਨ ਸਾਹਿਬ, ਜਿਨ੍ਹਾਂ ਨੇ ਕਾਨੂੰਨਾਂ ਬਾਰੇ ਗੱਲ ਕਰਨੀ ਆ ਉਹ ਸਾਰੀ ਟੀਮ ਪਹੁੰਚੀ ਆ ਬੰਗਾਲ, ਤੇ ਬੰਗਾਲ ਵਿੱਚੋਂ ਹੁਣ ਚੋਣ ਸਰਵੇ ਵੀ ਕਈ ਨਿਕਲ ਕੇ ਸਾਹਮਣੇ ਆ ਰਹੇ ਆ। ਪਤਾ ਇਹ ਲੱਗਾ ਕਿ ਭਾਜਪਾ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ। ਇਹ ਕਿਵੇਂ ਦੇਖਦੇ ਹੋ ਜਿਹੜੇ ਸਾਰੇ ਚੋਣ ਸਰਵੇ ਆ ਰਹੇ ਨੇ? ਮੈਨੂੰ ਸਭ ਤੋਂ ਵੱਧ ਹੈਰਾਨੀ ਤਾਂ ਇਸ ਗੱਲ ਤੇ ਹੈ ਕਿ ਭਾਰਤ ਦਾ ਪ੍ਰਧਾਨ ਮੰਤਰੀ ਘੱਟ ਹੈ, ਅਭਿਨੇਤਾ ਵੱਧ ਬਣਦਾ ਜਾ ਰਿਹਾ। ਕੱਲ ਇੱਕ ਸਟੇਜ ਤੇ ਜਾ ਕੇ ਵਰਕਰ ਦੇ ਪੈਰੀਂ ਹੱਥ ਲਾਤੇ ਜੀ। ਪਹਿਲਾਂ ਕੁੰਭ ਦੇ ਮੇਲੇ 'ਚ ਜਾ ਕੇ ਸਾਧੂਆਂ ਦੇ ਚਰਨ ਧੋ ਦਿੱਤੇ ਸਨ। ਉਸ ਤੋਂ ਪਹਿਲਾਂ ਜਦੋਂ ਪਹਿਲੀ ਵਾਰ ਪਾਰਲੀਮੈਂਟ 'ਚ ਗਿਆ ਤੇ ਇਹ ਦੱਸਣ ਵਾਸਤੇ ਕਿ ਮੈਂ ਪਾਰਲੀਮੈਂਟ ਦਾ ਲੋਕਤੰਤਰ ਦੇ ਮੰਦਰ ਦਾ ਸਤਿਕਾਰ ਬਹੁਤ ਕਰਦਾ, ਗੋਡੇ ਟੇਕ ਕੇ ਸਭ ਤੋਂ ਪਹਿਲੀ ਪੌੜੀ ਦੇ ਉੱਤੇ ਮੱਥਾ ਟੇਕਿਆ ਸੀ ਸਿਰ ਰੱਖ ਕੇ। ਉਦੋਂ ਬਾਅਦ ਉਸ ਪਾਰਲੀਮੈਂਟ ਦਾ ਕਿੰਨਾ ਕੁ ਸਤਿਕਾਰ ਕੀਤਾ ਸਾਰਿਆਂ ਨੂੰ ਪਤਾ। ਅੱਜ ਪ੍ਰਧਾਨ ਮੰਤਰੀ ਉੱਥੇ ਹੈ ਔਰ ਮੁੜ ਕੇ ਜਾਂਦਾ, ਨਾਰੇ ਜਿਹੜੇ ਦਿੰਦਾ 2 ਮਈ ਦੀਦੀ ਗਈ, ਇਦਾਂ ਦੇ ਨਾਰੇ, ਔਰ ਕਈ ਵਾਰੀ ਹਾਸੋਹੀਣੀਆਂ ਤਕਰੀਰਾਂ ਕਰਦਾ। ਉਹਨਾਂ ਤਕਰੀਰਾਂ ਨੂੰ ਲੈ ਕੇ ਫਿਰ ਉਹਦਾ ਗ੍ਰਹਿ ਮੰਤਰੀ, ਉਹਦੀ ਪਾਰਟੀ ਦਾ ਆਲ ਇੰਡੀਆ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਤੇ ਫਿਰ ਜਿਹੜੇ ਆਸੇ-ਪਾਸੇ ਫਿਰਨ ਵਾਲੇ ਖੱਬੇ ਸੱਜੇ ਵਾਲੇ ਸ਼ਤੂੰਗੜਾ ਕਿਸਮ ਦੇ ਲੀਡਰ ਨੇ, ਉਹ ਵੀ ਹੱਦੋਂ ਪਰੇ ਜਾ ਕੇ ਇਹੋ ਜਿਹੀਆਂ ਟਿੱਪਣੀਆਂ ਕਰਦੇ ਆ ਜਿਹੜੀਆਂ ਨਹੀਂ ਕਰਨ ਵਾਲੀਆਂ। ਕੱਲ ਉੱਥੋਂ ਦੀ ਭਾਜਪਾ ਦੇ ਪ੍ਰਧਾਨ ਨੇ ਪੱਛਮੀ ਬੰਗਾਲ ਵਾਲੇ ਨੇ ਇਹ ਕਹਿਤਾ ਕਿ ਮਮਤਾ ਬੈਨਰਜੀ ਦੇ ਪੈਰ ਤੇ ਸੱਟ ਲੱਗੀ ਹੈ, ਜਿੱਥੇ ਜਾਂਦੀ ਹੈ ਪੈਰ ਤੋਂ ਪਲਸਤਰ ਕੱਟਿਆ ਗਿਆ, ਹੁਣ ਤਾਂ ਸਿਰਫ ਬੈਂਡੇਜ ਹੈ ਤੇ ਇਹ ਸਾੜੀ ਚੁੱਕ ਕੇ ਤੇ ਲੋਕਾਂ ਨੂੰ ਆਪਣਾ ਪੈਰ ਵਿਖਾਉਂਦੀ ਹੈ। ਇਹਦੇ ਨਾਲ ਚੰਗਾ ਕਿ ਉਹ ਬਰਮੂਡਾ ਸ਼ਾਰਟਸ ਜਿਹੜੇ ਉਹ ਪਾਇਆ ਕਰੇ, ਹੁਣ ਨਿੱਕਰ ਪਾ ਕੇ ਤੁਰਿਆ ਕਰੇ। ਇਹ ਬਹੁਤ ਹਲਕੀ ਘਟੀਆ ਕਿਸਮ ਦੀ, ਬਹੁਤ ਨੀਵੇਂ ਪੱਧਰ ਦੀ ਬਿਆਨਬਾਜ਼ੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਥੀ ਕਰਦੇ ਆ ਤੇ ਇਹ ਪ੍ਰਧਾਨ ਮੰਤਰੀ ਦੇ ਇਸ਼ਾਰੇ ਤੋਂ ਬਗੈਰ ਨਹੀਂ ਕਰਦੇ ਹੋ ਸਕਦੇ। ਉੱਪਰੋਂ ਇਸ਼ਾਰਾ ਨਾ ਹੋਵੇ ਤੇ ਥੱਲੇ ਤੱਕ ਇਹੋ ਜਿਹੀਆਂ ਗੱਲਾਂ ਕੋਈ ਨਹੀਂ ਕਰਦਾ। ਇਹ ਕਿਸੇ ਪਾਸੇ ਤੋਂ ਇਸ਼ਾਰਾ ਕਰਕੇ ਕਰਾਈਆਂ ਜਾ ਰਹੀਆਂ ਨੇ। ਇੱਕ ਹੋਰ ਨੇ ਵੀ ਇਦਾਂ ਦਾ ਬਿਆਨ ਦਿੱਤਾ, ਜਿਹੜੇ ਇਦਾਂ ਦੇ ਬਹੁਤ ਸਾਰੇ ਬਿਆਨ, ਮੈਂ ਉਹਨਾਂ ਬਿਆਨਾਂ ਦੇ ਚੱਕਰ 'ਚ ਨਹੀਂ ਪੈਣਾ ਚਾਹੁੰਦਾ। ਮੈਂ ਇਸ ਗੱਲ ਤੇ ਆਉਣਾ ਚਾਹੁੰਦਾ ਕਿ ਕੱਲ ਇੱਕ ਸਰਵੇਖਣ ਫਿਰ ਪੇਸ਼ ਹੋ ਗਿਆ। ਇਸ ਵਾਰੀ ਜਿਹੜਾ ਸਰਵੇਖਣ ਹੈ, ਜਿਹੜੇ ਚੈਨਲ ਨੇ ਪੇਸ਼ ਕੀਤਾ, ਉਹਨਾਂ ਦੀ ਜਿਹੜੀ ਸਟਾਰ ਰਿਪੋਰਟਰ ਆ ਉਹਨੂੰ ਬੀਜੇਪੀ ਦੇ ਬਹੁਤ ਨੇੜੇ ਤੇ ਪ੍ਰਧਾਨ ਮੰਤਰੀ ਦੀ ਬਹੁਤ ਵੱਡੀ ਉਪਾਸ਼ਕ ਗਿਣਿਆ ਜਾਂਦਾ। ਉਹਨਾਂ ਨੇ ਇੱਕ ਸਰਵੇ ਏਜੰਸੀ ਦੇ ਨਾਲ ਮਿਲ ਕੇ ਤੇ ਸਰਵੇਖਣ ਕੀਤਾ।
ਉਹ ਸਰਵੇਖਣ ਇਹ ਦੱਸਦਾ ਕਿ ਬੀਜੇਪੀ ਦੇ ਸਾਰਾ ਜ਼ੋਰ ਲਾਉਣ ਦੇ ਬਾਵਜੂਦ ਇਸ ਵੇਲੇ ਤੱਕ ਵੀ ਤ੍ਰਿਣਮੂਲ ਕਾਂਗਰਸ ਤੇ ਮਮਤਾ ਬੈਨਰਜੀ ਦਾ ਹੱਥ ਉੱਤੇ ਹੈ ਜੀ ਤੇ ਉਹ ਉੱਥੋਂ ਦੀਆਂ 294 ਸੀਟਾਂ 'ਚੋਂ ਰਾਜ ਕਾਇਮ ਰੱਖਣ ਵਾਸਤੇ 147 ਤੋਂ ਵੱਧ ਚਾਹੀਦੀਆਂ। ਅੱਜ ਦੀ ਤਰੀਕ ਵਿੱਚ ਵੀ ਉਹਨਾਂ ਨੂੰ ਘੱਟੋ ਘੱਟ 154 ਤੇ ਵੱਧ ਤੋਂ ਵੱਧ 160 ਮਿਲਦੀਆਂ, ਯਾਨੀ ਸਰਕਾਰ ਅਜੇ ਤੱਕ ਉਹਨਾਂ ਦੀ ਬਣਦੀ ਹੈ। ਜਦ ਕਿ ਪਿਛਲੀ ਵਾਰੀ ਉਹਨਾਂ ਨੂੰ 211 ਸੀਟਾਂ ਆਈਆਂ ਸਨ, 211 ਤੋਂ ਘਟ ਕੇ ਇਹ ਸਰਵੇ ਕਹਿੰਦਾ ਕਿ 160 ਦੇ ਨੇੜੇ ਤੇੜੇ ਰਹਿ ਸਕਦੇ ਆ। ਦੂਸਰੀ ਗੱਲ ਇਹ ਕਿ ਬੀਜੇਪੀ ਜਿਹੜੀ ਹੈ ਉਹ ਬਿਲਕੁਲ ਮਰਗੀ ਵੀ ਨਹੀਂ ਸਮਝਣੀ ਚਾਹੀਦੀ। ਬੀਜੇਪੀ ਉੱਥੇ ਪਹਿਲਾਂ ਨਾਲੋਂ ਤਾਕਤ ਫੜ ਰਹੀ ਹੈ ਤੇ ਜਿਹੜੀ ਤਾਕਤ ਬੀਜੇਪੀ ਫੜ ਰਹੀ ਆ ਉਹਦੀ ਪਹਿਲਾਂ ਪਿਛਲੀ ਵਾਰੀ ਜਦੋਂ 2016 ਦੀਆਂ ਚੋਣਾਂ ਹੋਈਆਂ ਉਦੋਂ ਉਹਦੇ ਕੋਲ ਸਿਰਫ 3 ਸੀਟਾਂ ਸਨ। ਤਿੰਨਾਂ ਤੋਂ ਵੱਧਦਿਆਂ 34 ਸੀਟਾਂ ਤੇ ਚਲੀ ਗਈ ਕਿਉਂਕਿ ਉਹਨੇ ਬਾਕੀ ਪਾਰਟੀਆਂ ਤੋਂ ਬੰਦੇ ਬਹੁਤ ਤੋੜਦੇ ਸਨ, ਪਰ ਤੋੜ ਕੇ ਦਲ ਬਦਲੀ ਕਾਨੂੰਨ ਨੂੰ ਟਿੱਚਰ ਕਰਕੇ ਤੇ ਉਹ ਸਾਰੇ ਆਪਣੇ ਵਿੱਚ ਸ਼ਾਮਲ ਕਰ ਲਏ ਸਨ। ਇਸ ਵੇਲੇ ਸਰਵੇਖਣ ਜਿਹੜੇ ਆ ਉਹ ਦੱਸਦੇ ਆ ਕਿ ਬੀਜੇਪੀ ਨੂੰ 104 ਘੱਟੋ ਘੱਟ ਸੀਟਾਂ ਆਉਣਗੀਆਂ ਤੇ 120 ਤੱਕ ਆ ਸਕਦੀਆਂ। ਇਹ ਹੁਣ ਸਰਵੇਖਣ ਉਸ ਏਜੰਸੀ ਨੇ ਕੀਤਾ ਤੇ ਉਸ ਚੈਨਲ ਨੇ ਕੀਤਾ ਜਿਹੜੇ ਬੀਜੇਪੀ ਦੇ ਨੇੜੇ ਗਿਣੇ ਜਾਂਦੇ ਆ। ਮਮਤਾ ਬੈਨਰਜੀ ਦੀਆਂ ਸੀਟਾਂ ਵੀ ਘਟੀਆਂ ਨੇ, ਪਰ ਬਹੁਤਾ ਨੁਕਸਾਨ ਜਿਹੜਾ ਉਹ ਹੋਇਆ ਕਾਂਗਰਸ ਦਾ ਤੇ ਲੈਫਟ ਫਰੰਟ ਦਾ। ਕਾਂਗਰਸ ਤੇ ਲੈਫਟ ਫਰੰਟ ਨੂੰ ਪਿਛਲੀ ਵਾਰੀ 2016 ਦੇ ਵਿੱਚ 76 ਸੀਟਾਂ ਮਿਲੀਆਂ ਸਨ। ਇਸ ਵਾਰੀ ਇਹ ਦੱਸਿਆ ਜਾਂਦਾ ਕਿ ਉਹਨਾਂ ਨੂੰ ਵੱਧ ਤੋਂ ਵੱਧ ਮਿਲੀਆਂ ਤੇ 26 ਮਿਲਣਗੀਆਂ ਤੇ ਘਟ ਕੇ 18 ਤੇ ਵੀ ਆ ਸਕਦੇ ਆ। ਉਹਨਾਂ ਦੇ ਨੁਕਸਾਨ ਦੇ ਵਿੱਚੋਂ ਬੀਜੇਪੀ ਹੌਲੀ ਹੌਲੀ ਤਗੜੀ ਹੋ ਰਹੀ ਆ। ਇਸ ਤਗੜੇ ਹੋਣ ਨੂੰ ਤ੍ਰਿਣਮੂਲ ਕਾਂਗਰਸ ਵਾਲੇ ਵੀ ਨੋਟ ਕਰਦੇ ਹੋਣਗੇ, ਕਾਂਗਰਸ ਤੇ ਕਮਿਊਨਿਸਟ ਵੀ ਨੋਟ ਕਰਦੇ ਹੋਣਗੇ। ਮੁਸ਼ਕਲ ਇਹ ਆ ਕਿ ਕਾਂਗਰਸ ਤੇ ਕਮਿਊਨਿਸਟ ਦਿੱਲੀ ਦੇ ਵਿੱਚ ਖਲੋ ਕੇ ਕਹਿੰਦੇ ਆ ਕਿ ਸਾਡੀ ਮੁੱਖ ਦੁਸ਼ਮਣ ਭਾਰਤੀ ਜਨਤਾ ਪਾਰਟੀ ਹੈ। ਪੱਛਮੀ ਬੰਗਾਲ ਦੇ ਵਿੱਚ ਉਹ ਸਾਰੇ ਦੇ ਸਾਰੇ ਆਪਣੀ ਮੁੱਖ ਦੁਸ਼ਮਣ ਮਮਤਾ ਬੈਨਰਜੀ ਨੂੰ ਸਮਝਦੇ ਆ। ਉਹਨਾਂ ਦਾ ਵੀ ਸਾਰਾ ਜਿਹੜਾ ਤਵਾ ਉਹ ਮਮਤਾ ਬੈਨਰਜੀ ਦੇ ਖਿਲਾਫ ਲੱਗਦਾ। ਖਾਸ ਤੌਰ ਤੇ ਕਾਂਗਰਸ ਪਾਰਟੀ ਦਾ ਜਿਹੜਾ ਲੋਕ ਸਭਾ ਚ ਲੀਡਰ ਹੈ ਅਧੀਰ ਰੰਜਨ ਚੌਧਰੀ, ਉਹ ਤਾਂ ਰਾਤ ਦਿਨ ਮਮਤਾ ਬੈਨਰਜੀ ਦੇ ਗਿੱਟਿਆਂ ਦੇ ਉੱਤੇ ਸੱਟਾਂ ਮਾਰਨ ਲੱਗਾ ਰਹਿੰਦਾ। ਉਹ ਰੋਜ਼ ਹੀ ਕੋਈ ਨਾ ਕੋਈ ਬਿਆਨ ਇਹੋ ਜਿਹਾ ਦਾਗ ਦਿੰਦਾ। ਉਹਦਾ ਫਾਇਦਾ ਉਹਨਾਂ ਨੂੰ ਨਹੀਂ ਹੋ ਰਿਹਾ। ਹੁੰਦਾ ਇਹ ਹੈ ਕਿ ਪ੍ਰਚਾਰ ਇਹ ਕਰਦੇ ਆ ਤੇ ਉਹਦੇ ਚੋਂ ਫਾਇਦਾ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਲੈ ਰਹੀ ਆ। ਪਰ ਜੋ ਮਰਜ਼ੀ ਹੋ ਜਾਵੇ, ਜੇ ਬੀਜੇਪੀ ਦੇ ਪਸੰਦ ਵਾਲੇ ਚੈਨਲ ਉਹਨਾਂ ਨਾਲ ਨੇੜਤਾ ਵਾਲੇ ਉਹ ਵੀ ਅਜੇ ਤੱਕ ਦੱਸਦੇ ਆ ਕਿ ਬੀਜੇਪੀ ਰਾਜ ਕਰਨ ਵਾਲੀ ਉਸ ਸਥਿਤੀ ਤੋਂ ਵਾਹਵਾ ਪਿੱਛੇ ਹੈ, ਅਜੇ ਤੱਕ ਨੇੜੇ ਤੇੜੇ ਨਹੀਂ ਲੱਗੀ ਤੇ ਮਮਤਾ ਬੈਨਰਜੀ ਅਜੇ ਵੀ ਰਾਜ ਕਰਨ ਦੀ ਪੋਜੀਸ਼ਨ ਤੋਂ ਉੱਪਰ ਹੈ। ਤੇ ਸਮਝਣਾ ਚਾਹੀਦਾ ਕਿ ਮਮਤਾ ਬੈਨਰਜੀ ਸੌਖੀ ਪੋਜੀਸ਼ਨ ਵਿੱਚ ਤਾਂ ਨਹੀਂ, ਮੁਕਾਬਲਾ ਸਖਤ ਹੈ, ਪਰ ਅਜੇ ਤੱਕ ਬੰਗਾਲ ਦੇ ਲੋਕਾਂ ਨੇ ਬੀਜੇਪੀ ਨੂੰ ਉਹ ਹੁੰਗਾਰਾ ਨਹੀਂ ਦਿੱਤਾ ਜਿਹਦੀ ਆਸ ਪ੍ਰਧਾਨ ਮੰਤਰੀ ਤੇ ਉਹਦੀ ਟੀਮ ਕਰਦੀ ਸੀ। ਪਰ ਪੰਨੂ ਸਾਹਿਬ ਇੱਕ ਗੱਲ ਹੋਰ ਹੈ ਨਾ ਕਿ ਹੁਣ ਜਿਸ ਤਰ੍ਹਾਂ ਅਸਲ ਮੁੱਦੇ ਹੈ ਉਹਨਾਂ ਤੋਂ ਧਿਆਨ ਭਟਕਾ ਕੇ ਇਸ ਤਰ੍ਹਾਂ ਹੀ ਲੱਗਦਾ ਕਿ ਧਰਮ ਵੱਲ ਸਾਰਾ ਜ਼ੋਰ ਲਗਾ ਦਿੱਤਾ ਗਿਆ ਬੰਗਾਲ ਦੀਆਂ ਖਾਸ ਕਰ ਚੋਣਾਂ ਵਿੱਚ। ਬਿਲਕੁਲ ਲਾ ਦਿੱਤਾ ਗਿਆ, ਔਰ ਇਹਨਾਂ ਹੀ ਨਹੀਂ ਇਕੱਲਾ ਲਾਇਆ, ਇਹ ਤਾਂ ਮਮਤਾ ਬੈਨਰਜੀ ਨੇ ਵੀ ਲਾਇਆ। ਉਹ ਵੀ ਕਿਸੇ ਵਕਤ ਤੇ ਸੈਕੂਲਰ ਮਮਤਾ ਬੈਨਰਜੀ ਜਿਹੜੀ ਅੱਜ ਆਪਣੀਆਂ ਸਟੇਜਾਂ ਦੇ ਉੱਤੇ ਜਦੋਂ ਹੱਥ ਜੋੜ ਕੇ ਤੇ ਬੈਠ ਕੇ ਚੌਕੜੇ ਮਾਰ ਕੇ ਚੰਡੀ ਦਾ ਪਾਠ ਕਰਦੇ ਆ, ਇਹ ਤਾਂ ਦੇਸੀ ਪੈਂਦਾ ਕਿ ਇਕੱਲੇ ਇਹੋ ਹੀ ਨਹੀਂ, ਮਮਤਾ ਬੈਨਰਜੀ ਵੀ ਇਸ ਮੌਕੇ ਧਰਮ ਦਾ ਪੱਤਾ ਵਰਤਦੀ ਪਈ ਆ। ਉੱਥੇ ਜਦੋਂ ਦਾ ਅਸਦੁਦੀਨ ਅਵੈਸੀ ਨੇ ਜਾ ਕੇ ਲੱਤ ਗੱਡੀ ਆ, ਇਹ ਸਮਝਿਆ ਜਾਂਦਾ ਸੀ ਕਿ ਅਸਦੁਦੀਨ ਅਵੈਸੀ ਬਹੁਤ ਜ਼ਿਆਦੀਆਂ ਸੀਟਾਂ ਲੈ ਜਾਵੇਗਾ, ਪਰ ਹੁਣ ਇਹ ਜਾਪਦਾ ਕਿ ਮਸਾਂ 1 ਜਾਂ 2 ਸੀਟਾਂ ਲਵੇਗਾ। ਬਿਹਾਰ ਵਿੱਚ ਜਾ ਕੇ ਉਹਨੇ ਜਿਹੜਾ ਖਲਾਰਾ ਪਾਇਆ ਸੀ ਉਹ ਖਲਾਰਾ ਸ਼ਾਇਦ ਉੱਤੋਂ ਬੰਗਾਲ ਵਿੱਚ ਨਾ ਪਾਇਆ ਜਾ ਸਕੇ, ਪਰ ਮਮਤਾ ਬੈਨਰਜੀ ਦਾ ਨੁਕਸਾਨ ਤੇ ਕਰ ਹੀ ਸਕਦਾ ਸੀ। ਹੁਣ ਪਤਾ ਲੱਗਾ ਕਿ ਮਮਤਾ ਬੈਨਰਜੀ ਦਾ ਨੁਕਸਾਨ ਉਹ ਘੱਟ ਕਰ ਰਿਹਾ, ਕਾਂਗਰਸ ਦੇ ਖੱਬੇ ਪੱਖੀਆਂ ਦਾ ਵੱਧ ਕਰ ਰਿਹਾ, ਔਰ ਜਿੰਨੀਆਂ ਸੀ ਵੋਟਾਂ ਉਹ ਤੋੜ ਰਿਹਾ। ਉਹਨਾਂ ਵੋਟਾਂ ਦੇ ਨਾਲ ਬੀਜੇਪੀ ਦੀਆਂ ਸੀਟਾਂ ਵੱਧ ਰਹੀਆਂ ਨੇ, ਕਾਂਗਰਸ ਤੇ ਖੱਬੇ ਪੱਖ ਦੀਆਂ ਘਟ ਰਹੀਆਂ ਨੇ, ਪਰ ਮਮਤਾ ਬੈਨਰਜੀ ਦੀ ਜਿਹੜੀ ਮੁਸਲਿਮ ਵੋਟ ਆ ਉਹ ਸਮਝਿਆ ਜਾਂਦਾ ਕਿ ਅਜੇ ਵੀ ਉਹਦੇ ਨਾਲ ਪੂਰੀ ਤਰ੍ਹਾਂ ਟਿਕੀ ਹੋਈ ਹੈ। ਪੰਨੂ ਸਾਹਿਬ ਯੂਪੀ ਤੋਂ ਖਬਰ ਹੈ, ਇੱਕ ਪਾਸੇ ਸਰਕਾਰ ਪਿਛਲੇ ਆਪਣੇ ਕਾਰਜਕਾਲ ਬਾਰੇ ਵਿਸਤਾਰ ਨਾਲ ਦੱਸਦੀ ਹੈ, ਦੂਜੇ ਪਾਸੇ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਗੱਲਾਂ ਕਹੀਆਂ ਜਾਂਦੀਆਂ ਕਿ ਸਾਰਾ ਕੁਝ ਠੀਕ ਚੱਲ ਰਿਹਾ, ਪਰ ਹੁਣ ਜਿਹੜਾ ਮਾਮਲਾ ਸਾਹਮਣੇ ਆਇਆ, ਕੁਝ ਨਨ ਸੀ ਉਹਨਾਂ ਨੂੰ ਰੇਲ ਗੱਡੀ ਤੋਂ ਬਾਹਰ ਕੱਢ ਦਿੱਤਾ ਗਿਆ। ਇਹ ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ, ਕਿਉਂਕਿ ਹੁਣ ਜਦੋਂ ਜਾਂਚ ਦੀ ਗੱਲ ਉੱਠੀ ਹੈ ਤੇ ਮਾਮਲਾ ਤੂਲ ਫੜਦਾ ਜਾ ਰਿਹਾ। ਜਿਸ ਤਰ੍ਹਾਂ ਸਾਡੇ ਭਾਰਤ ਵਿੱਚ ਹਿੰਦੂ ਧਰਮ 'ਚ ਔਰਤ ਜਿਹੜੀਆਂ ਧਾਰਮਿਕ ਆਗੂ ਹੁੰਦੀਆਂ ਉਹਨਾਂ ਨੂੰ ਸੰਤਨੀ ਜਾਂ ਸਾਧਵੀ ਕਿਹਾ ਜਾਂਦਾ, ਉਸੇ ਤਰ੍ਹਾਂ ਹੀ ਈਸਾਈ ਧਰਮ ਦੇ ਵਿੱਚ ਧਾਰਮਿਕ ਪ੍ਰਚਾਰਕ ਕੁੜੀਆਂ ਨੂੰ ਇੱਕ ਹੱਦ ਤੱਕ ਨਨ ਕਿਹਾ ਜਾਂਦਾ। ਉਹਦੇ ਤੋਂ ਬਾਅਦ ਜਦੋਂ ਬਜ਼ੁਰਗ ਹੋ ਜਾਂਦੀਆਂ ਤੇ ਉਹਨਾਂ ਨੂੰ ਮਦਰ ਵੀ ਕਿਹਾ ਜਾਂਦਾ। ਉਹ ਨਨ ਕੁੜੀਆਂ 2 ਇੱਥੋਂ ਦਿੱਲੀ ਤੋਂ ਚੜੀਆਂ ਸਨ। ਦਿੱਲੀ ਦੇ ਵਿੱਚ 3 ਵੱਡੇ ਰੇਲਵੇ ਸਟੇਸ਼ਨ ਹੈ, ਨਵੀਂ ਦਿੱਲੀ, ਦਿੱਲੀ ਤੇ ਹਜ਼ਰਤ ਨਿਜ਼ਾਮੁਦੀਨ। ਉਹ ਹਜ਼ਰਤ ਨਿਜ਼ਾਮੁਦੀਨ ਤੋਂ ਚੜੀਆਂ ਤੇ ਦੱਖਣ ਦੇ ਰਾਜ ਉੜੀਸਾ ਦੇ ਪੁਰੀ ਵਾਲੇ ਜੰਕਸ਼ਨ ਤੇ ਜਾਣਾ ਸੀ। ਉਹਨਾਂ ਦੇ ਨਾਲ 2 ਕੁੜੀਆਂ ਹੋਰ ਸਨ, ਉਹ ਉਹਨਾਂ ਦੀਆਂ ਸਹਾਇਕ ਵੀ ਹੋ ਸਕਦੀਆਂ, ਦੋਸਤ ਵੀ ਹੋ ਸਕਦੀਆਂ, ਸੇਵਕਾ ਵੀ ਹੋ ਸਕਦੀਆਂ।
ਉਹ ਜਦੋਂ ਗੱਡੀ ਵਿੱਚ ਬੈਠੀਆਂ ਸਨ ਉਤਕਲ ਐਕਸਪ੍ਰੈਸ ਦੇ ਵਿੱਚ, ਗੱਡੀ ਗਈ ਇੱਥੇ ਗਵਾਲੀਅਰ ਕੋਲ, ਤੇ ਜੀ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਆਰਐਸਐਸ ਨਾਲ ਜੁੜੀ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਕੁਝ ਬੰਦੇ ਚੜ੍ਹ ਗਏ ਉਸੇ ਡੱਬੇ 'ਚ। ਉਹਨਾਂ ਨੇ ਥੋੜੀ ਦੇਰ ਆਪੋ 'ਚ ਗਿਟਮਿਟ ਕੀਤੀ ਤੇ ਫਿਰ ਉਹਨਾਂ ਕੁੜੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਨਾ ਉਹ ਕੁੜੀਆਂ ਬੋਲੀਆਂ ਨਾ ਨਨਸ ਬੋਲੀਆਂ। ਫਿਰ ਇਹਨਾਂ ਨੇ ਕੁੜੀਆਂ ਨੂੰ ਆਖਿਆ ਤੁਸੀਂ ਇਹਨਾਂ ਨਾਲ ਕਿਉਂ ਚੱਲੀਆਂ ਜੇ? ਕੁੜੀਆਂ ਨੇ ਮੂੰਹ ਨਹੀਂ ਖੋਲਿਆ ਕਿਉਂਕਿ ਉਹਨਾਂ ਵੇਖਿਆ ਕਿ ਸਾਨੂੰ ਜਾਣਬੁੱਝ ਕੇ ਖਰਾਬ ਕਰਦੇ ਓਪਰੇ ਮੁੰਡੇ ਨਹੀਂ ਬੋਲੀਆਂ। ਜੀ ਉਹਨਾਂ ਨੇ ਫਿਰ ਅਗਲੇ ਪਾਸੇ ਫੋਨ ਕਰਤਾ ਝਾਂਸੀ ਦੇ ਵਿੱਚ ਹਿੰਦੂ ਸੰਸਥਾਵਾਂ ਦੇ ਲੀਡਰਾਂ ਨੂੰ ਕਿ ਇਸ ਤਰ੍ਹਾਂ 2 ਨਨ ਆ ਰਹੀਆਂ ਨੇ, ਈਸਾਈ ਨਨ ਜਿਹੜੀਆਂ, ਉਹਨਾਂ ਦੇ ਨਾਲ 2 ਕੁੜੀਆਂ ਹੋ ਰਿਆ ਤੇ ਇਹ ਉਹਨਾਂ ਦਾ ਧਰਮ ਪਰਿਵਰਤਨ ਕਰਾਉਣ ਚੱਲੀਆਂ ਜਾਪਦੀਆਂ। ਜੀ ਜਿੰਨੇ ਚਿਰ ਨੂੰ ਗੱਡੀ ਝਾਂਸੀ ਪਹੁੰਚੀ, ਉੱਥੇ ਹਿੰਦੂ ਬ੍ਰਿਗੇਡ ਸਾਰਾ ਇਕੱਠਾ ਹੋਇਆ ਪਿਆ। ਜਿਹੜੇ ਇਹ ਉਹਨਾਂ ਸੰਸਥਾਵਾਂ ਵਾਲੇ ਆ, ਉਹਨਾਂ ਦੇ ਕਹਿਣ ਤੇ ਰੇਲਵੇ ਨੂੰ ਕੰਟਰੋਲ ਕਰਨ ਵਾਲੀ ਗਵਰਨਮੈਂਟ ਰੇਲਵੇ ਪੁਲਿਸ ਜੀਆਰਪੀ ਜਿਹੜੀ ਆ, ਇਹਦੀ ਟੀਮ ਆ ਗਈ। ਇਹਨਾਂ ਨੇ ਗੱਡੀ ਰੋਕ ਲਈ, ਉਹਨਾਂ ਨੂੰ ਉਤਾਰ ਲਿਆ ਗਿਆ। ਜੀ ਫਿਰ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਤੋਂ ਬਾਅਦ ਉਹ ਦੂਸਰੀਆਂ ਦੋਵਾਂ ਕੁੜੀਆਂ ਦੇ ਮਾਂ-ਬਾਪ ਨਾਲ ਗੱਲ ਕੀਤੀ ਤੇ ਉਹਨਾਂ ਆਖਿਆ ਜੀ ਸਾਡੀ ਮਰਜ਼ੀ ਨਾਲ ਕੁੜੀਆਂ ਗਈਆਂ, ਇਹ ਰੋਕਣ ਵਾਲੇ ਕੌਣ ਹੁੰਦੇ ਆ? ਬਿਲਕੁਲ ਇਹਨਾਂ ਨੂੰ ਫਿਰ ਮੁੜ ਕੇ ਗੱਡੀ 'ਚ ਬਿਠਾ ਕੇ ਅੱਗੇ ਭੇਜ ਦਿੱਤਾ ਗਿਆ ਔਰ ਜੀਆਰਪੀ ਨੇ ਆਪਣੀ ਰਿਪੋਰਟ 'ਚ ਲਿਖਿਆ ਕਿ ਪੁੱਛਗਿੱਛ ਕੀਤੀ ਗਈ ਸੀ ਇਹਨਾਂ ਦੇ ਕਹਿਣ ਤੇ, ਕਿਉਂਕਿ ਇਹਨਾਂ ਨੇ ਇਤਰਾਜ਼ ਕੀਤਾ ਸੀ, ਪਰ ਇਹਦੇ ਵਿੱਚ ਧਰਮ ਪਰਿਵਰਤਨ ਵਾਲੀ ਕੋਈ ਗੱਲ ਸਾਨੂੰ ਨਹੀਂ ਲੱਭੀ। ਜੀ ਜਦੋਂ ਉਹ ਕੁੜੀਆਂ ਚਲੀਆਂ ਗਈਆਂ ਤੇ ਕਿਉਂਕਿ ਨਨਸ ਦੋਵਾਂ ਦਾ ਸੰਬੰਧ ਕੇਰਲਾ ਨਾਲ ਸੀ, ਕੇਰਲਾ ਦੇ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਹੈ ਕਿ ਇਸ ਤਰ੍ਹਾਂ ਰੇਲਵੇ ਤੁਹਾਡੇ ਕੰਟਰੋਲ ਵਿੱਚ ਆ, ਉਹਦੇ ਵਿੱਚ ਜਾਂਦੀਆਂ ਨਨਸ ਦੇ ਨਾਲ ਬਦਸਲੂਕੀ ਕਿਉਂ ਕੀਤੀ ਗਈ ਆ। ਦੂਸਰੇ ਪਾਸਿਓਂ ਜਿਹੜਾ ਕੇਰਲਾ ਦਾ ਕੈਥੋਲਿਕ ਚਰਚ ਆ, ਉਹਨਾਂ ਦੇ ਹੈੱਡ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਲਿਖਿਆ ਕਿ ਕੀ ਹੁਣ ਇਹ ਕੁਝ ਹੋਵੇਗਾ ਕਿ ਸਾਡੀਆਂ ਸਾਧਵੀਆਂ ਨੂੰ ਰਾਹ ਜਾਂਦੀਆਂ ਨੂੰ ਰੋਕ ਕੇ ਘੇਰ ਕੇ ਤੇ ਗੱਡੀ ਤੋਂ ਉਤਾਰ ਕੇ ਉਹਨਾਂ ਦੀ ਪੁੱਛਗਿੱਛ ਕੀਤੀ ਜਾਵੇਗੀ? ਇਹ ਕਿਸ ਤਰ੍ਹਾਂ ਦਾ ਰਾਜ ਆ? ਹੈਰਾਨੀ ਦੀ ਗੱਲ ਇਹ ਆ ਕਿ ਇਹਦੇ ਉੱਤੇ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਬੋਲਿਆ ਨਹੀਂ। ਬਹੁਤੇ ਲੋਕਾਂ ਨੇ ਅੱਜ ਖਬਰ ਪੜ੍ਹ ਕੇ ਸਮਝਿਆ ਕਿ ਘਟਨਾ ਕਿਤੇ ਕੱਲ ਵਾਪਰੀ ਹੈ। ਬਾਅਦ ਵਿੱਚ ਪਤਾ ਲੱਗਾ ਕਿ ਘਟਨਾ 19 ਮਾਰਚ ਦੀ ਹੈ। ਜੀ 5 ਦਿਨ ਤੱਕ ਇਹ ਘਟਨਾ ਚੁੱਪ ਕਰਕੇ ਦਬ ਕੇ ਰੱਖੀ ਗਈ, ਲੁਕਾਈ ਗਈ। ਜਦੋਂ ਉੱਥੋਂ ਕੇਰਲਾ ਤੋਂ ਇਹ ਖਬਰ ਜਿਹੜੀ ਆ ਤੇ ਉੜੀਸਾ ਦੇ ਵਿੱਚੋਂ ਵੀ ਅਖਬਾਰਾਂ ਵਿੱਚ ਚਲੀ ਗਈ, ਮੀਡੀਆ ਤੱਕ ਚਲੀ ਗਈ। ਫਿਰ ਉਸ ਤੋਂ ਬਾਅਦ ਅਖਬਾਰਾਂ ਤੇ ਮੀਡੀਆ ਨੇ ਛਾਪੀ ਹੈ ਤੇ ਹੁਣ ਭਾਜਪਾ ਵਾਲੇ ਇਹ ਤਾਂ ਗੱਲਾਂ ਕਰਦੇ, ਹਾਂ ਸ਼ੱਕ ਜਿਹਾ ਸੀ, ਕੋਈ ਖਾਸ ਗੱਲ ਨਹੀਂ, ਸ਼ੱਕ ਜਿਹਾ ਸੀ। ਸ਼ੱਕ ਵੀ ਹੋਵੇ ਤੇ ਤੁਸੀਂ ਖੁਦਾਈ ਫੌਜਦਾਰ ਆ, ਤੁਹਾਨੂੰ ਕੋਈ ਅੱਲਾ ਮੀਆਂ ਨੇ ਜਾਂ ਈਸ਼ਵਰ ਪ੍ਰਭੂ ਨੇ ਕੋਈ ਠੇਕਾ ਦਿੱਤਾ ਕਿ ਰਾਹ ਜਾਂਦਿਆਂ ਨੂੰ ਤੁਸੀਂ ਚੈੱਕ ਕਰੋ? ਇਸ ਤਰ੍ਹਾਂ ਦੀਆਂ ਜਿਹੜੀਆਂ ਹਰਕਤਾਂ ਨੇ, ਰਾਹ ਜਾਂਦੀਆਂ ਜਵਾਨ ਕੁੜੀਆਂ ਨੂੰ ਘੇਰ ਘੇਰ ਕੇ ਸਟੇਸ਼ਨਾਂ ਤੇ ਉਤਾਰਨਾ, ਇਹ ਹੁੱਲੜਬਾਜ਼ੀ ਹੈ। ਇਹੋ ਜਿਹਾ ਤਾਲਬਾਨੀ ਕਰਨ ਹਿੰਦੁਸਤਾਨ ਦਾ ਜੇ ਕਰਨ ਦਾ ਯਤਨ ਕੀਤਾ ਗਿਆ ਤੇ ਉਹ ਗਲਤ ਹੋਵੇਗਾ। ਹਿੰਦੁਸਤਾਨ ਨੂੰ ਆਪਣਾ ਪੱਲਾ, ਆਪਣਾ ਪੁਰਾਣਾ ਜਿਹੜਾ ਸੈਕੂਲਰਿਜ਼ਮ ਹੈ ਉਹਨੂੰ ਬਚਾਉਣਾ ਚਾਹੀਦਾ। ਇਹਦੇ ਵਿੱਚ ਹਰ ਧਰਮ ਦੇ ਲੋਕ ਇਕੱਠੇ ਰਹਿੰਦੇ ਰਹੇ ਆ, ਹਰ ਧਰਮ ਦੇ ਇਕੱਠੇ ਲੋਕ ਅੱਜ ਵੀ ਰਹਿੰਦੇ ਆ ਤੇ ਅੱਗੋਂ ਵੀ ਰਹਿਣੇ ਚਾਹੀਦੇ ਆ। ਜੇ ਇਸ ਤਰ੍ਹਾਂ ਕਰਨਗੇ ਤੇ ਬਾਕੀ ਦੁਨੀਆ ਦੇ ਵਿੱਚ ਭਾਰਤ ਦੀ ਦਿੱਖ ਖਰਾਬ ਹੁੰਦੀ ਆ। ਜਿਹੜੇ ਪ੍ਰਧਾਨ ਮੰਤਰੀ ਸਾਹਿਬ ਬਾਕੀ ਗੱਲਾਂ ਬਹੁਤ ਕਰਦੇ ਨੇ, ਉਹਨਾਂ ਨੂੰ ਇਹਦੇ ਬਾਰੇ ਵੀ ਜਵਾਬ ਦੇਣਾ ਚਾਹੀਦਾ ਕਿ ਉਹਨਾਂ ਦੇ ਪਸੰਦ ਦੀ ਸਰਕਾਰ ਹੈ ਉੱਤਰ ਪ੍ਰਦੇਸ਼ ਦੇ ਵਿੱਚ, ਤੇ ਉੱਥੇ ਇਹ ਕੁਝ ਕਿਉਂ ਹੋ ਗਿਆ? ਜਿਨ੍ਹਾਂ ਨੇ ਕੀਤਾ ਉਹਨਾਂ ਦੇ ਖਿਲਾਫ ਕਾਰਵਾਈ ਕੀ ਕੀਤੀ ਗਈ ਹੈ, ਇਹ ਪ੍ਰਧਾਨ ਮੰਤਰੀ ਨੂੰ ਦੱਸਣਾ ਚਾਹੀਦਾ। ਜੀ ਇਹ ਸਵਾਲ ਉੱਠ ਸਕਦੇ ਨੇ ਅੱਗੇ ਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ। ਪਵਨ ਸਾਹਿਬ, ਖਬਰਾਂ ਤੇ ਚਰਚਾ ਕੀਤੀ, ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ। ਸੋ ਅੱਜ ਦੇ ਇਸ ਪ੍ਰੋਗਰਾਮ ਵਿੱਚ ਬਸ ਹੁਣ ਇੰਨਾ ਹੀ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।